ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਨੂੰ ਨਿਰੰਜਨ ਤਸਨੀਮ ਜੀ ਦੀ ਇੱਕ ਹੋਰ ਨਵਾਂ ਸਾਲ ਕਿਤਾਬ ਦਾ ਪਹਿਲਾ ਭਾਗ ਸੁਣਾਉਣ ਜਾ ਰਿਹਾ ਹਾਂ। ਕਾਂਡ 1 ਸਵੇਰ। ਉਸ ਦਿਨ ਮੇਰੀ ਜਾਗ ਸਵੇਰੇ 5 ਵਜੇ ਖੁੱਲ੍ਹ ਗਈ। ਮੇਰਾ ਜੀ ਨਹੀਂ ਸੀ ਕਰਦਾ ਬਿਸਤਰੇ ਵਿੱਚੋਂ ਬਾਹਰ ਨਿਕਲਣ ਤੇ, ਪਰ ਹਮੇਸ਼ਾ ਵਾਂਗ ਸਵੇਰੇ 6 ਵਜੇ ਮੇਰਾ ਸਟੇਸ਼ਨ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਸੀ। ਉਸ ਵੇਲੇ ਹੀ ਪਹੁੰਚਦੀ ਹੈ ਨਾ ਕਾਲਕਾ ਮੇਲ ਸਟੇਸ਼ਨ ਉੱਤੇ। ਮੈਂ ਅਤੇ ਮੇਰੇ ਵਰਗੇ ਹੋਰ ਉੱਥੇ ਨਾ ਹੋਣ ਤਾਂ ਕਿੰਨੀ ਤਕਲੀਫ ਹੋਵੇ ਸਵਾਰੀਆਂ ਨੂੰ। ਮੈਂ ਉੱਠ ਕੇ ਬੈਠ ਗਿਆ, ਪਰ ਮੰਜੀ ਤੋਂ ਥੱਲੇ ਪੈਰ ਰੱਖਣ ਦੀ ਬਜਾਏ ਮੈਂ ਰਜਾਈ ਚੰਗੀ ਤਰ੍ਹਾਂ ਆਪਣੇ ਚਾਰੇ ਪਾਸੇ ਲਪੇਟ ਲਈ। ਕਿੰਨੀ ਠੰਡ ਪੈ ਰਹੀ ਸੀ। ਪਿਛਲੇ 2 ਤਾਸਿਆਂ ਤੋਂ ਸਵੇਰ ਤੋਂ ਸ਼ਾਮ ਤੀਕ ਧੁੰਦ ਹੀ ਛਾਈ ਰਹਿੰਦੀ ਸੀ ਚਾਰੇ ਪਾਸੇ। ਕਈਆਂ ਦਿਨਾਂ ਤੋਂ ਸੂਰਜ ਨਹੀਂ ਸੀ ਨਿਕਲਿਆ, ਪਰ ਠੰਡ ਦਾ ਵੀ ਆਪਣਾ ਹੀ ਇੱਕ ਸਵਾਦ ਹੁੰਦਾ ਹੈ। ਜਿੰਨੀ ਜ਼ਿਆਦਾ ਕੰਬਣੀ ਛਿੜਦੀ ਏ, ਓਨਾ ਹੀ ਜ਼ਿਆਦਾ ਨਿੱਘ ਆਉਂਦਾ ਹੈ। ਚੰਗਾ ਚੱਕਰ ਇਹ ਵੀ। ਜੀਵਨ ਦੇ ਚੱਕਰ ਦੀ ਤਾਂ ਭਲਾ ਗੱਲ ਹੀ ਕੀ ਕਰਨੀ ਹੋਈ। ਇਹ ਤਾਂ ਰਿਕਸ਼ੇ ਦੇ ਪਹੀਏ ਵਾਂਗ ਘੁੰਮਦਾ ਹੀ ਰਹਿੰਦਾ। ਪਹੀਏ ਦਾ ਖਿਆਲ ਆਇਆ ਤਾਂ ਤਬੀਅਤ ਖੁਸ਼ ਹੋ ਗਈ। ਪਹੀਆ ਚੱਲਦਾ ਹੀ ਰਵੇ ਤਾਂ ਚੰਗਾ ਲੱਗਦਾ, ਭਾਵੇਂ ਰਿਕਸ਼ੇ ਦਾ ਹੋਵੇ ਭਾਵੇਂ ਜ਼ਿੰਦਗੀ ਦਾ। ਉੱਠ ਭਲੀਏ ਲੋਕੇ, ਚਾਹ ਬਣਾ। ਮੈਂ ਲਾਗਲੀ ਮੰਜੀ ਉੱਤੇ ਸੁੱਤੀ ਹੋਈ ਤਾਰੋ ਨੂੰ ਆਵਾਜ਼ ਦਿੱਤੀ। ਤੂੰ ਉੱਠ ਕੇ ਮੂੰਹ ਹੱਥ ਤਾਂ ਧੋ ਲੈ, ਪਹਿਲਾਂ ਚਾਹ ਦੀ ਈ ਲੱਗ ਗਈ ਏ। ਉਸ ਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢੇ ਬਗੈਰ ਹੀ ਜਵਾਬ ਦੇ ਦਿੱਤਾ, ਮੈਂ ਅੱਜ ਬੈੱਡ ਟੀ ਪੀਣੀ ਏ। ਇਹ ਗੱਲ ਕਹਿੰਦੇ ਹੋਏ ਮੇਰੇ ਬੁੱਲ੍ਹਾਂ ਉੱਤੇ ਮੁਸਕਣੀ ਫੈਲ ਗਈ। ਉਹ ਕੀ ਹੁੰਦੀ ਏ? ਉਸ ਦੀ ਆਵਾਜ਼ ਤੋਂ ਪਤਾ ਲੱਗਾ ਕਿ ਉਸ ਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢ ਲਿਆ ਸੀ। ਭਲੀਏ ਲੋਕੇ, ਜਿਹੜੀ ਚਾਹ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਏ, ਉਹ ਹੁੰਦੀ ਏ ਬੈੱਡ ਟੀ। ਚੱਲ ਉੱਠ, ਪਿਆ ਦੇ ਅੱਜ ਸਾਨੂੰ ਵੀ ਬੈੱਡ ਟੀ। ਮੈਂ ਫਿਰ ਨਿੱਸਲ ਹੋ ਗਿਆ। ਤੂੰ ਕੋਈ ਵੱਡਾ ਲੋਕ ਏ। ਉਹ ਸ਼ਾਇਦ ਮੁਸਕਰਾ ਰਹੀ ਸੀ ਉਸ ਵੇਲੇ। ਚੱਲ ਵੱਡਾ ਲੋਕ ਨਾ ਸਹੀ, ਪਰ ਵੱਡੇ ਲੋਕਾਂ ਨਾਲ ਵਾਹ ਤਾਂ ਪੈਂਦਾ ਏ ਨਾ ਮੇਰਾ। ਨਾਲੇ ਇੱਕ ਹੋਰ ਗੱਲ ਵੀ ਏ ਅੱਜ ਖ਼ਾਸ। ਮੈਂ ਉਹਦੀ ਮੰਜੀ ਵੱਲ ਪਾਸਾ ਮੋੜ ਲਿਆ। ਕੀ ਗੱਲ ਏ ਖ਼ਾਸ ਇਹੋ ਜਿਹੀ? ਉਹ ਸੱਚੀ-ਮੁੱਚੀ ਕਾਹਲੀ ਪੈ ਗਈ ਸੀ ਸੁਣਨ ਵਾਸਤੇ। ਅੱਜ ਨਵਾਂ ਸਾਲ ਚੜ੍ਹਿਐ। ਭਲੀਏ ਲੋਕੇ, ਮੈਂ ਆਪਣੇ ਦਿਲ ਦੀ ਗੁੱਝੀ ਗੱਲ ਉਸ ਨੂੰ ਦੱਸ ਹੀ ਦਿੱਤੀ। ਇਹ ਭਲਾ ਕੀ ਖ਼ਾਸ ਗੱਲ ਹੋਈ? ਨਵਾਂ ਸਾਲ ਤਾਂ ਪਿਛਲੇ ਸਾਲ ਵੀ ਚੜ੍ਹਿਆ ਸੀ। ਉਸ ਨੇ ਪਰੇ ਕੰਧ ਵੱਲ ਨੂੰ ਪਾਸਾ ਮੋੜ ਲਿਆ। ਕਿੰਨੀ ਕਮਲੀ ਏ ਤਾਰੋ ਵੀ, ਮੈਂ ਸੋਚਿਆ। ਇਹ ਗੱਲ ਮੈਂ ਉਦੋਂ ਵੀ ਸੋਚ ਰਿਹਾ ਸੀ, ਜਦੋਂ ਧੁੰਦ ਨੂੰ ਚੀਰਦਾ ਹੋਇਆ ਮੈਂ ਸਟੇਸ਼ਨ ਵੱਲ ਨੂੰ ਜਾ ਰਿਹਾ ਸੀ। ਠੰਡ ਜਿੰਨੀ ਜ਼ਿਆਦਾ ਸੀ, ਓਨਾ ਹੀ ਮੈਂ ਕੰਬ ਰਿਹਾ ਸੀ। ਜਿੰਨਾ ਮੈਂ ਕੰਬ ਰਿਹਾ ਸਾਂ, ਓਨਾ ਹੀ ਜ਼ਿਆਦਾ ਮੈਂ ਨਿੱਘ ਮਹਿਸੂਸ ਕਰ ਰਿਹਾ ਸਾਂ, ਅਤੇ ਜਿੰਨਾ ਮੈਂ ਨਿੱਘ ਮਹਿਸੂਸ ਕਰ ਰਿਹਾ ਸਾਂ, ਓਨੀ ਹੀ ਤੇਜ਼ ਮੈਂ ਰਿਕਸ਼ਾ ਚਲਾ ਰਿਹਾ ਸਾਂ। ਚੱਲ ਬਈ ਬੰਤਿਆ, ਛੇਤੀ ਕਰ, ਗੱਡੀ ਆਉਣ ਵਾਲੀ ਊ। ਇਹ ਗੱਡੀ ਘੱਟ ਈ ਕਦੀ ਲੇਟ ਆਉਂਦੀ ਏ, ਪਤਾ ਈ ਨਾ? ਕਿਉਂ ਨਹੀਂ ਪਤਾ ਹੋਊ ਤੈਨੂੰ? ਕਿੰਨੇ ਵਰ੍ਹੇ ਹੋ ਗਏ ਏ ਤੈਨੂੰ ਰਿਕਸ਼ਾ ਚਲਾਉਂਦੇ ਨੂੰ? ਕੀ ਪਤਾ ਕਿੰਨੇ ਵਰ੍ਹੇ? ਐਨੀ ਠੰਡ ਵਿੱਚ ਤੈਨੂੰ ਵਰ੍ਹਿਆਂ ਦੀ ਪਈ ਹੋਈ ਏ। ਕੌਣ ਰੱਖੇ ਹਿਸਾਬ? ਹਾਂ, ਏਨਾ ਕੁ ਯਾਦ ਏ ਮੈਨੂੰ, ਜਦੋਂ ਹਾਲੇ ਮੇਰੀ ਮੁੱਛ ਵੀ ਨਹੀਂ ਸੀ ਫੁੱਟੀ। ਬੜੇ ਸਾਲ ਬੀਤ ਗਏ ਏ ਮੁੱਛ ਫੁੱਟੀ ਨੂੰ ਹੁਣ ਤਾਂ ਬੰਤਿਆ। ਹੁਣ ਸੁੱਖ ਨਾਲ 3 ਨਿਆਣੇ ਏ ਘਰ ਵਿੱਚ। ਕਿੰਨੀ ਕਮਲੀ ਏ ਸਾਡੀ ਤਾਰੋ ਵੀ, ਨਵਾਂ ਸਾਲ ਚੜ੍ਹਨ ਨੂੰ ਖ਼ਾਸ ਗੱਲ ਈ ਨਹੀਂ ਸਮਝਦੀ। ਚੱਲ ਛੱਡ ਇਹ ਗੱਲਾਂ, ਤੂੰ ਸਵਾਰੀ ਦੀ ਭਾਲ ਕਰ। ਕੋਈ ਲੋੜ ਨਹੀਂ ਭਾਲ ਕਰਨ ਦੀ, ਸਵਾਰੀ ਆਪੇ ਆਊਗੀ ਰਿਕਸ਼ੇ ਕੋਲ ਚੱਲ ਕੇ। ਚੱਲੇਂਗਾ ਕਟੜਾ ਮੋਤੀ ਰਾਮ? ਬੈਠੋ ਸਰਦਾਰ ਜੀ। ਕਿੰਨੇ ਪੈਸੇ? ਜੋ ਮਰਜ਼ੀ ਏ ਦੇ ਦੇਣਾ। ਨਹੀਂ, ਤੂੰ ਪਹਿਲਾਂ ਗੱਲ ਕਰ, ਬਾਅਦ ਵਿੱਚ ਝਗੜਾ ਪੈਂਦਾ ਹੈ। 1.5 ਰੁਪਈਏ? 1.5? ਇੱਕ ਦੀ ਗੱਲ ਕਰ। ਚਲੋ 1.25 ਦੇ ਦਿਓ। ਨਹੀਂ, ਇੱਕ ਤੋਂ ਵੱਧ ਨਹੀਂ ਦੇਣਾ। ਚਲੋ ਆਓ ਬੈਠੋ।
ਤੁਹਾਡੀ ਬੋਹਣੀ ਕਰਨੀ ਏ। ਠੀਕ ਹੀ ਕਿਹਾ ਏ ਬੰਤਿਆ ਸਰਦਾਰ ਹੋਰਾਂ ਨੇ। ਹੱਕ ਤਾਂ 1 ਰੁਪਏ ਦਾ ਹੀ ਏ, ਪਰ ਕੀ ਕੀਤਾ ਜਾਏ, ਮਹਿੰਗਾਈ ਨੇ ਤਾਂ ਲੱਕ ਹੀ ਤੋੜ ਛੱਡਿਆ। ਜੋ ਮਰਜ਼ੀ ਏ ਕਮਾ ਲਓ, ਕੁਝ ਬਣਦਾ ਹੀ ਨਹੀਂ। ਚੱਲ ਅਸੀਂ ਕਿਹੜਾ ਬਿਲਡਿੰਗਾਂ ਉਸਾਰਨੀਆਂ ਨੇ, ਡੰਗ ਸਰਦਾ ਜਾਏ ਤਾਂ ਬਹੁਤ ਏ। ਪਰ ਰੋਣਾ ਤਾਂ ਇਸੇ ਗੱਲ ਦਾ ਏ ਕਿ ਡੰਗ ਨਹੀਂ ਸਰਦਾ। ਚੰਡੀਗੜ੍ਹੋਂ ਆਏ ਹੋ ਸਰਦਾਰ ਜੀ? ਹਾਂ। ਨੌਕਰੀ ਕਰਦੇ ਹੋ ਉੱਥੇ? ਨਹੀਂ, ਨੌਕਰੀ ਲੱਭਣ ਜਾਂਦਾ ਵਾਂ ਉੱਥੇ। ਨੌਕਰੀ ਲੱਭਣ? ਹਾਂ, 3 ਵਾਰ ਹੋ ਆਇਆ ਵਾਂ, ਗੱਲ ਹੀ ਨਹੀਂ ਪਈ ਬਣਦੀ। ਕਿਉਂ? ਸਿਫਾਰਿਸ਼ ਤੋਂ ਬਗੈਰ ਕੋਈ ਨਹੀਂ ਪੁੱਛਦਾ ਕਿਸੇ ਨੂੰ। ਕਿੰਨਾ ਪੜ੍ਹੇ ਹੋਏ ਹੋ ਤੁਸੀਂ? BA ਪਾਸ ਕੀਤੀ ਸੀ ਪਿਛਲੇ ਸਾਲ। ਫਿਰ ਕਈ ਮਹੀਨੇ ਟਾਈਪ ਸਿੱਖਦਾ ਰਿਹਾ। ਅੱਛਾ ਜੀ, ਤੁਹਾਨੂੰ ਤਾਂ ਫਿਰ ਚੰਗੀ ਨੌਕਰੀ ਮਿਲ ਜਾਊ। ਚੰਗੀ ਛੱਡ ਕੇ ਮਾੜੀ ਵੀ ਨਹੀਂ ਮਿਲਦੀ। ਫਿਰ ਵੀ ਕਿੰਨੇ ਕੁ ਵਾਲੀ ਮਿਲ ਜਾਊ? 2-250 ਦੀ। ਹੋਰ ਕਿੰਨੇ ਵਾਲੀ? ਬਸ ਬੰਤਿਆ, ਇੰਨੀ? ਇਹ ਤਾਂ ਕੋਈ ਗੱਲ ਨਾ ਹੋਈ। BA ਪਾਸ ਕਰਕੇ ਵੀ ਇੰਨੀ ਥੋੜ੍ਹੀ ਤਨਖ਼ਾਹ। ਤਾਂ ਤੇ ਫਿਰ ਤੂੰ ਹੀ ਚੰਗੇ। 5ਵੀਂ ਫੇਲ। ਇਹ ਤਾਂ ਕਿਸਮਤ ਦੀ ਗੱਲ ਏ ਕਿ ਆਪਾਂ ਫੇਲ ਹੋ ਗਏ, ਨਹੀਂ ਤਾਂ ਘੱਟ ਨਹੀਂ ਸਾਂ ਮੈਂ ਵੀ ਪੜ੍ਹਨ ਵਿੱਚ ਕਿਸੇ ਕੋਲੋਂ। ਉਦੋਂ 2 ਸਾਲ ਹੋ ਗਏ ਸੀ ਵੱਡੀ ਭੈਣ ਦੇ ਵਿਆਹ ਨੂੰ, ਪਰ ਕਰਜ਼ਾ ਲੱਥਣ ਦੀ ਥਾਵੇਂ ਹੋਰ ਚੜ੍ਹਦਾ ਜਾ ਰਿਹਾ ਸੀ। ਖੇਤ ਮਜ਼ਦੂਰ ਹੀ ਸੀ ਨਾ ਮੇਰਾ ਪਿਓ, ਕਿਵੇਂ ਲਾਹ ਸਕਦਾ ਸੀ ਉਹ ਕਰਜ਼ਾ। 2 ਸਾਲ ਉਹ ਅੰਦਰੇ ਅੰਦਰ ਘੁਲਦਾ ਰਿਹਾ ਤੇ ਫਿਰ ਇੱਕ ਦਿਨ ਉਹਦੇ ਸਿਰ ਤੋਂ ਸਾਰੇ ਕਰਜ਼ੇ ਲੱਥ ਗਏ। ਬੇਬੇ ਅਤੇ 2 ਛੋਟੀਆਂ ਭੈਣਾਂ ਦਾ ਭਾਰ ਮੇਰੇ ਉੱਤੇ ਆ ਪਿਆ। 5ਵੀਂ ਵਿੱਚ ਪੜ੍ਹਦਿਆਂ ਹਾਲੀ ਮੈਨੂੰ 3 ਮਹੀਨੇ ਹੀ ਹੋਏ ਸੀ। ਉਦੋਂ ਹੌਲੀ-ਹੌਲੀ ਮੈਂ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ ਸਨ। ਜਿਸ ਦਿਨ ਬਾਪੂ ਮਰਿਆ, ਉਸ ਤੋਂ ਅਗਲੇ ਦਿਨ ਮੈਂ ਆਪਣਾ ਬਸਤਾ ਲੱਕੜ ਦੇ ਬਕਸੇ ਵਿੱਚ ਬੰਦ ਕਰ ਦਿੱਤਾ। ਮੈਂ ਵੀ ਫਿਰ ਖੇਤ ਮਜ਼ਦੂਰ ਬਣ ਗਿਆ। ਬਣਦਾ ਕਿਉਂ ਨਾ, ਮੈਂ ਖੇਤ ਮਜ਼ਦੂਰ। ਜਿਨ੍ਹਾਂ ਕੋਲੋਂ ਬਾਪੂ ਨੇ ਕਰਜ਼ਾ ਲਿਆ ਸੀ, ਉਹ ਕਿਵੇਂ ਛੱਡ ਦਿੰਦੇ ਮੈਨੂੰ। ਛੋਟੀ ਜਿਹੀ ਉਮਰ ਸੀ ਮੇਰੀ, ਪਰ ਕੰਮ ਮੈਂ ਵੱਡੇ-ਵੱਡੇ ਕਰ ਲੈਂਦਾ ਸਾਂ। ਫਿਰ ਦਿਨਾਂ ਵਿੱਚ ਹੀ ਮੈਂ ਵੱਡਾ ਹੋ ਗਿਆ। ਇੱਕ ਦਿਨ ਸਰਦਾਰਾਂ ਦੇ ਵੱਡੇ ਮੁੰਡੇ ਨੇ ਮੈਨੂੰ ਕੁੱਟਿਆ। ਮੈਂ ਵੀ ਟਿਕਾ ਦਿੱਤੀਆਂ 2-4। ਸਾਰਾ ਪਿੰਡ ਮਗਰ ਪੈ ਗਿਆ ਮੇਰੇ। ਮੇਰਾ ਵੀ ਦਿਲ ਭਰ ਗਿਆ ਸੀ ਸਰਦਾਰਾਂ ਦੀ ਗੁਲਾਮੀ ਤੋਂ। ਅਖੀਰ ਦੁਖੀ ਹੋ ਕੇ ਮੈਂ ਪਿੰਡ ਛੱਡ ਦਿੱਤਾ। 7-8 ਕੋਹ ਵੀ ਵਿੱਥ ਉੱਤੇ ਹੀ ਸੀ ਸਾਰਾ ਪਿੰਡ ਸ਼ਹਿਰੋਂ। ਸ਼ਹਿਰ ਪੁੱਜ ਕੇ ਕਈ ਕੰਮ ਕੀਤੇ, ਪਰ ਰਾਸ ਇਹੀ ਆਇਆ, ਰਿਕਸ਼ੇ ਦਾ ਕੰਮ। ਇਹ ਕੰਮ ਹੈ ਤਾਂ ਬਹੁਤ ਔਖਾ, ਪਰ ਕਿਸੇ ਦੀ ਆਕੜ ਨਹੀਂ ਝੱਲਣੀ ਪੈਂਦੀ ਇਸ ਵਿੱਚ। ਚਪੜਾਸੀ ਵੀ ਲੱਗਾ ਸੀ ਮੈਂ ਇੱਕ ਵਾਰੀ। ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਤੇ ਸ਼ਾਮ ਨੂੰ ਸਭ ਦੇ ਘਰ ਜਾ ਕੇ ਛੋਟੇ-ਮੋਟੇ ਕੰਮ ਕਰਦਾ। ਬੂਟ ਵੀ ਪਾਲਿਸ਼ ਕਰ ਦਿੰਦਾ ਸੀ ਮੈਂ। ਇੱਕ ਵਾਰ ਐਤਵਾਰ ਨੂੰ ਸਾਹਬ ਦੀ ਘਰਵਾਲੀ ਨੂੰ ਮੈਨੂੰ ਕੱਪੜੇ ਧੋਣ ਲਈ ਕਿਹਾ, ਮੈਂ ਨਾਂਹ ਕਰ ਦਿੱਤੀ। ਬਸ ਫਿਰ ਕੀ ਸੀ, ਸਾਹਬ ਬੜਾ ਕੜਕਿਆ ਮੇਰੇ ਉੱਤੇ। ਫਿਰ ਮੈਂ ਕਦੀ ਦਫ਼ਤਰ ਹੀ ਨਹੀਂ ਗਿਆ। ਮੈਂ ਕਿਹਾ, ਕਰ ਲਵੋ ਜੋ ਕਰਨਾ ਜੇ। ਜੇ ਕਿਤੇ ਪੜ੍ਹ ਗਿਆ ਹੁੰਦਾ ਮੈਂ ਤਾਂ ਇਹ ਤਾਂ ਨਹੀਂ ਸੀ ਨਾ ਹੋਣਾ ਮੇਰੇ ਨਾਲ। 5ਵੀਂ ਵਿੱਚ ਹੀ ਛੁੱਟ ਗਿਆ ਸੀ ਪੜ੍ਹਨਾ ਲਿਖਣਾ। ਸਵੇਰੇ ਜਦੋਂ ਮੈਂ ਆਪਣੇ ਜਮਾਤੀਆਂ ਨੂੰ ਫੱਟੀ ਬਸਤਾ ਚੁੱਕੀ ਜਾਂਦਿਆਂ ਵੇਖਦਾ ਤਾਂ ਪਤਾ ਨਹੀਂ ਮੇਰੇ ਅੰਦਰ ਕੀ ਹੋਣ ਲੱਗ ਪੈਂਦਾ। ਕਿੰਨਾ ਹੀ ਚਿਰ ਮੈਂ ਉਹਨਾਂ ਨੂੰ ਜਾਂਦਿਆਂ ਵੇਖਦਾ ਰਹਿੰਦਾ। ਫਿਰ ਬਦੋ-ਬਦੀ ਮੇਰੇ ਮੂੰਹ ਵਿੱਚੋਂ ਹਉਕਾ ਨਿਕਲ ਜਾਂਦਾ। ਜਦੋਂ ਸਾਲਾਨਾ ਇਮਤਿਹਾਨ ਹੋਣ ਵਾਲਾ ਸੀ 5ਵੀਂ ਜਮਾਤ ਦਾ, ਮੈਂ ਵੀ ਪਹੁੰਚ ਗਿਆ ਸਕੂਲ ਇੱਕ ਦਿਨ। ਮੇਰੇ ਜਮਾਤੀ ਹੈਰਾਨ ਹੋ ਗਏ ਮੈਨੂੰ ਵੇਖ ਕੇ। ਵੱਡਾ ਮਾਸਟਰ ਕੁਝ ਚਿਰ ਘੂਰੀ ਵੱਟ ਕੇ ਵੇਖਦਾ ਰਿਹਾ ਮੇਰੇ ਵੱਲ। ਫਿਰ ਕਹਿਣ ਲੱਗਾ, ਪਹਿਲਾਂ ਫੀਸਾਂ ਜਮ੍ਹਾਂ ਕਰਾ ਦੇ ਸਾਰੇ ਮਹੀਨਿਆਂ ਦੀਆਂ। ਮੈਂ ਦੇ ਦਿੱਤੇ ਪੈਸੇ ਤੇ ਬੈਠ ਗਿਆ ਇਮਤਿਹਾਨ ਵਿੱਚ।
ਭਾਵੇਂ ਆਉਂਦਾ ਮੈਨੂੰ ਕੁਝ ਵੀ ਨਹੀਂ ਸੀ, ਪਰ ਇਮਤਿਹਾਨ ਮੈਂ ਸਾਰਾ ਦਿੱਤਾ। ਪਾਸ ਹੋਣ ਦੇ ਖ਼ਿਆਲ ਨਾਲ ਨਹੀਂ ਸੀ ਬੈਠਾ ਮੈਂ ਇਮਤਿਹਾਨ ਵਿੱਚ। ਜੇ ਮੈਂ ਇਮਤਿਹਾਨ ਨਾ ਦਿੰਦਾ ਤਾਂ ਮੈਂ ਚੌਥੀ ਪਾਸ ਹੀ ਰਹਿਣਾ ਸੀ। ਹੁਣ ਮੈਂ 5ਵੀਂ ਫੇਲ ਆਂ। ਅਗਲੀ ਜਮਾਤ ਦਾ ਨਾਂ ਤਾਂ ਵਸਦਾ ਏ ਨਾ। ਵਾਹਿਗੁਰੂ ਨੇ ਚਾਹਿਆ ਤਾਂ ਇਸ ਵਾਰੀ ਤਾਂ ਤੁਹਾਡਾ ਕੰਮ ਬਣ ਹੀ ਜਾਊ। ਸਰਦਾਰ ਜੀ, ਮੈਨੂੰ ਤਾਂ ਕੋਈ ਆਸ ਨਜ਼ਰ ਨਹੀਂ ਆਉਂਦੀ। ਉਂਜ ਇੰਟਰਵਿਊ ਤਾਂ ਚੰਗਾ ਹੋ ਗਿਆ ਏ। ਬਸ ਫੇਰ ਕੀ ਏ, ਦਿਲ ਨਾ ਛੱਡੋ। ਕੰਮ ਜਦੋਂ ਬਣਨ ਲੱਗਦਾ ਏ, ਝੱਟ ਹੀ ਬਣ ਜਾਂਦਾ ਏ। ਅੱਛਾ, ਦੇਖੋ, ਬਸ ਰੋਕਦੇ ਇਸ ਗਲੀ ਅੱਗੇ। ਠੰਡ ਨੇ ਤਾਂ ਜੀ ਮਾਤੀ ਮਾਰ ਛੱਡੀ ਏ। ਸਵੇਰੇ ਸਵੇਰੇ ਠੰਡ ਵਿੱਚ ਉਤਰਿਆ ਇਹ ਗੱਡੀ ਵਿੱਚੋਂ, ਪਤਾ ਨਹੀਂ ਰਾਤੀਂ ਸੁੱਤਾ ਵੀ ਏ ਕਿ ਨਹੀਂ। ਕੰਬਲ ਵੀ ਨਹੀਂ ਕੋਲ, ਕੋਟ ਦੇ ਕਾਲਰ ਹੀ ਚੁੱਕੇ ਹੋਏ। ਕਾਲਰਾਂ ਨਾਲ ਵੀ ਭਲਾ ਕਦੀ ਠੰਡ ਰੁਕੀ ਏ। ਛੱਡ ਛੱਡ ਬੰਤਿਆ ਇਹ ਗੱਲਾਂ, ਤੂੰ ਆਪਣੀ ਸੋਚ। ਅੱਜ ਤਾਂ ਤਾਰੋ ਨੇ ਚਾਹ ਵੀ ਨਹੀਂ ਬਣਾ ਕੇ ਦਿੱਤੀ। ਨਹੀਂ, ਉਹ ਤਾਂ ਬਣਾਉਣ ਲੱਗੀ ਸੀ, ਪਰ ਮੈਂ ਹੀ ਨਹੀਂ ਬਣਾਉਣ ਦਿੱਤੀ। ਉਦੋਂ ਕੀ ਹੁੰਦਾ ਸੀ ਬਣਾ ਕੇ ਦੇਣ ਨੂੰ। ਅਖੇ ਤੂੰ ਕੋਈ ਵੱਡਾ ਲੋਕ ਏਂ। ਹੋਰ ਕਿਹੋ ਜਿਹੇ ਹੁੰਦੇ ਐ ਵੱਡੇ ਲੋਕ। ਅੱਗੇ ਸੁਣਨ ਲਈ ਵੀਡੀਓ ਨੰਬਰ 2 ਉੱਤੇ ਕਲਿੱਕ ਕਰੋ।